ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ ਨਜ਼ਰ ਮਾਰਦੇ ਇਹਨਾਂ ਖਬਰਾਂ ਉੱਪਰ। ਚੀਨ ਉੱਪਰ ਅਮਰੀਕਾ ਵੱਲੋਂ ਕਈ ਇਲਜ਼ਾਮ ਲਗਾਏ ਗਏ ਨੇ। ਜਾਸੂਸੀ ਦਾ ਇਲਜ਼ਾਮ ਚੀਨ ਉੱਪਰ ਲਗਾਇਆ ਗਿਆ। ਦਰਅਸਲ ਜੋ ਉਹਨਾਂ ਵੱਲੋਂ ਸਪਾਈ ਬੈਲੂਨ ਹੇਠਾਂ ਸੁੱਟਿਆ ਗਿਆ, ਉਸ ਦਾ ਮਲਬਾ ਇਕੱਠਾ ਕੀਤਾ ਗਿਆ, ਜਿਸ ਤੋਂ ਕਾਫੀ ਅਜਿਹੀਆਂ ਚੀਜ਼ਾਂ ਮਿਲੀਆਂ ਨੇ ਜਿਸ ਰਾਹੀਂ ਜਾਸੂਸੀ ਕੀਤੀ ਜਾ ਰਹੀ ਸੀ। ਅਮਰੀਕਾ ਵੱਲੋਂ ਇਸ ਬਾਰੇ ਆਪਣੇ ਵੱਡੇ ਦਾਅਵੇ ਕੀਤੇ ਗਏ ਨੇ। ਜਾਸੂਸੀ ਗੁਬਾਰੇ ਨੂੰ ਲੈ ਕੇ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਨੇ। ਤਾਜ਼ਾ ਜਾਣਕਾਰੀ ਦੇ ਵਿੱਚ ਹੁਣ ਚੀਨ ਦੀ ਪੋਲ ਖੋਲ੍ਹਣ ਦਾ ਦਾਅਵਾ ਅਮਰੀਕਾ ਵੱਲੋਂ ਕੀਤਾ ਜਾ ਰਿਹਾ ਹੈ। ਜੀ ਹਾਂ, ਜਾਸੂਸੀ ਗੁਬਾਰੇ ਦਾ ਜੋ ਮਲਬਾ ਮਿਲਿਆ, ਉਸ ਤੋਂ ਬਾਅਦ ਚੀਨ ਦੀ ਪੋਲ ਖੋਲ੍ਹੀ ਗਈ ਹੈ ਤੇ ਅਮਰੀਕਾ ਵੱਲੋਂ ਇਸ ਨੂੰ ਲੈ ਕੇ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਗਏ। ਚੀਨ ਦੇ ਜਾਸੂਸੀ ਗੁਬਾਰਿਆਂ ਨੂੰ ਲੈ ਕੇ ਅਮਰੀਕਾ ਵੱਲੋਂ ਖਾਸ ਜਾਣਕਾਰੀ ਦਿੱਤੀ ਗਈ। ਅਮਰੀਕਾ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਜੋ ਉਹਨਾਂ ਵੱਲੋਂ ਸ਼ੱਕੀ ਜਾਸੂਸੀ ਗੁਬਾਰਾ ਜੋ ਹੇਠਾਂ ਸੁੱਟਿਆ ਗਿਆ, ਉਸਦੇ ਪਹਿਲੇ ਸ਼ੱਕੀ ਜਾਸੂਸੀ ਗੁਬਾਰੇ ਦਾ ਮਲਬਾ ਐਟਲਾਂਟਿਕ ਮਹਾਸਾਗਰ ਤੋਂ ਬਰਾਮਦ ਹੋਇਆ। ਇਸ ਮੌਕੇ ਮਲਬੇ ਵਿੱਚੋਂ ਜਾਸੂਸੀ ਕਰਨ ਲਈ ਵਰਤੇ ਜਾਣ ਵਾਲੇ ਇਲੈਕਟ੍ਰੋਨਿਕ ਸੈਂਸਰ ਵੀ ਬਰਾਮਦ ਕੀਤੇ ਗਏ। ਅਮਰੀਕਾ ਫੌਜ ਦੇ ਉੱਤਰੀ ਕਮਾਂਡ ਨੇ ਕਿਹਾ ਕਿ ਖੋਜੀ ਟੀਮ ਨੂੰ ਮੌਕੇ ਦੇ ਗੁਬਾਰੇ ਦਾ ਮਹੱਤਵਪੂਰਨ ਮਲਬਾ ਹਾਸਲ ਹੋਇਆ, ਜਿਸ ਵਿੱਚ ਸੈਂਸਰ ਅਤੇ ਇਲੈਕਟ੍ਰੋਨਿਕਸ ਟੁਕੜੇ ਸ਼ਾਮਲ ਸਨ। ਇਸ ਤੋਂ ਇਲਾਵਾ ਹੋਰ ਵੀ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਗਿਆ, ਜਿੱਥੇ ਦੱਸਿਆ ਗਿਆ ਕਿ ਮਲਬੇ ਤੋਂ ਪ੍ਰਾਪਤ ਵਸਤੂਆਂ ਵਿੱਚ ਲਗਭਗ 30 ਤੋਂ 40 ਫੁੱਟ ਦਾ ਐਂਟੀਨਾ ਵੀ ਸ਼ਾਮਿਲ ਹੈ। ਜਾਂਚ ਬਿਊਰੋ ਵੱਲੋਂ ਇਹਨਾਂ ਵਸਤੂਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਬਾਰੇ ਅਮਰੀਕਾ ਨੇ ਕਿਹਾ ਕਿ ਇਹਨਾਂ ਦੀ ਵਰਤੋਂ ਸੰਵੇਦਨਸ਼ੀਲ ਫੌਜੀ ਸਥਾਨਾਂ ਤੇ ਜਾਸੂਸੀ ਕਰਨ ਲਈ ਕੀਤੀ ਗਈ। ਅਮਰੀਕਾ ਨੇ 4 ਫਰਵਰੀ ਨੂੰ ਪਹਿਲਾ ਗੁਬਾਰਾ ਹੇਠਾਂ ਸੁੱਟਿਆ, ਜਿਸ ਤੋਂ ਬਾਅਦ ਹੁਣ ਤੱਕ 3 ਅਜਿਹੇ ਸ਼ੱਕੀ ਗੁਬਾਰੇ ਹੇਠਾਂ ਸੁੱਟੇ ਜਾ ਚੁੱਕੇ ਨੇ। ਚੀਨ ਨੇ ਪਿਛਲੇ ਦਿਨੀ ਇਸ ਵਿਸ਼ਾਲ ਗੁਬਾਰੇ ਨੂੰ ਸਿੱਟਣ ਦੇ ਉੱਤੇ ਇੱਕ ਦਾਅਵਾ ਕੀਤਾ ਸੀ। ਚੀਨ ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕੋਈ ਵੀ ਜਾਸੂਸੀ ਲਈ ਗੁਬਾਰਾ ਨਹੀਂ ਵਰਤਿਆ ਗਿਆ, ਪਰ ਹੁਣ ਤੱਕ ਰਿਪੋਰਟਸ ਦੇ ਵਿੱਚ ਤੇ ਹੋਰ ਕਾਫੀ ਚੀਜ਼ਾਂ ਦੇ ਵਿੱਚ ਅਲੱਗ-ਅਲੱਗ ਜ਼ਿਕਰ ਕੀਤਾ ਗਿਆ ਹੈ। ਅਮਰੀਕਾ ਵੱਲੋਂ ਚੀਨ ਖਿਲਾਫ ਵੱਡਾ ਖੁਲਾਸਾ ਕੀਤਾ ਗਿਆ, ਜਿੱਥੇ ਅਮਰੀਕਾ ਦਾ ਦਾਅਵਾ ਹੈ ਕਿ ਚੀਨ ਵੱਲੋਂ ਲੰਬੇ ਸਮੇਂ ਤੋਂ ਜਾਸੂਸੀ ਕੀਤੀ ਜਾ ਰਹੀ ਸੀ ਤੇ ਉਹਨਾਂ ਵੱਲੋਂ ਇਸ ਸੰਬੰਧੀ ਮਿਸ਼ਨ ਵੀ ਚਲਾਇਆ ਗਿਆ। ਜਾਣਕਾਰੀ ਮੁਤਾਬਕ 4 ਸਾਲਾਂ ਤੋਂ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ, ਜਿਸ ਰਾਹੀਂ ਅਲੱਗ-ਅਲੱਗ ਦੇਸ਼ਾਂ ਦੇ ਉੱਪਰ ਨਜ਼ਰ ਬਣਾਈ ਜਾ ਰਹੀ ਸੀ। ਚੀਨ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ, ਜਿੱਥੇ ਪਤਾ ਚੱਲਿਆ ਕਿ ਚੀਨ ਵੱਲੋਂ 4 ਸਾਲ ਤੋਂ ਜਾਸੂਸੀ ਮਿਸ਼ਨ ਚਲਾਇਆ ਜਾ ਰਿਹਾ ਹੈ। ਇਸ ਜਾਸੂਸੀ ਮਿਸ਼ਨ ਨੂੰ ਕਲਾਊਡ ਚੇਂਜਰ ਦਾ ਵੀ ਨਾਮ ਦਿੱਤਾ ਗਿਆ। ਜੀ ਹਾਂ, ਅਮਰੀਕਾ ਬ੍ਰਿਟੇਨ ਦੇ ਖੁਫੀਆ ਪ੍ਰਮੁੱਖਾਂ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ, ਜਿੱਥੇ ਚੀਨ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਨੇ। ਉਨ੍ਹਾਂ ਮੁਤਾਬਕ ਚੀਨ ਵੱਲੋਂ ਲੰਬੇ ਸਮੇਂ ਤੋਂ ਜਾਸੂਸੀ ਮਿਸ਼ਨ ਚਲਾਇਆ ਜਾ ਰਿਹਾ ਹੈ ਤੇ ਅਲੱਗ-ਅਲੱਗ ਦੇਸ਼ਾਂ ਤੇ ਨਿਗਾਹ ਰੱਖੀ ਜਾ ਰਹੀ ਹੈ। ਮਨੁੱਖੀ ਜਾਸੂਸੀ ਨੂੰ ਘਟਾ ਕੇ ਚੀਨ ਹੈਕਿੰਗ ਕਰਕੇ ਟੈਕਨੋਲੋਜੀ ਚੋਰੀ ਕਰ ਰਿਹਾ ਹੈ ਤੇ ਨਾਲ ਹੀ ਹੁਣ ਇਸ ਤਰ੍ਹਾਂ ਦੇ ਸ਼ੱਕੀ ਗੁਬਾਰੇ ਵੀ ਦਿਖਾਈ ਦਿੱਤੇ, ਜਿਸ ਨੂੰ ਲੈ ਕੇ ਚੀਨ ਦੇ ਉੱਪਰ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ। ਅਮਰੀਕਾ ਦੀ ਖੁਫੀਆ ਏਜੰਸੀ FBI ਦੇ ਡਾਇਰੈਕਟਰ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਚੀਨ ਵੱਲੋਂ ਜਾਸੂਸੀ ਕੀਤੀ ਜਾ ਰਹੀ ਹੈ। ਖੁਲਾਸੇ ਵਿੱਚ ਦੱਸਿਆ ਗਿਆ ਹੈ ਕਿ ਹੁਣ ਟੈਕਨੋਲੋਜੀ ਹੈਕਿੰਗ ਚੀਨ ਦਾ ਵੱਡਾ ਹਥਿਆਰ ਬਣ ਚੁੱਕੀ ਹੈ। ਅਮਰੀਕੀ ਲੜਾਕੂ ਜਹਾਜ਼ਾਂ ਨੇ 10 ਦਿਨਾਂ ਵਿੱਚ 4 ਸ਼ੱਕੀ ਵਸਤੂਆਂ ਨੂੰ ਢਹਿ-ਢੇਰੀ ਕਰ ਦਿੱਤਾ। ਢੇਰ ਕੀਤੇ UFO ਵਿੱਚ ਇੱਕ ਵਿਸ਼ਾਲ ਚੀਨੀ ਗੁਬਾਰਾ ਵੀ ਸ਼ਾਮਿਲ ਹੈ। ਗੁਬਾਰੇ ਦੀਆਂ ਪਰਤਾਂ ਖੁੱਲਣ ਦੇ ਨਾਲ ਹੀ ਚੀਨ ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਖੁੱਲ ਰਹੇ ਨੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲਗਭਗ 4 ਸਾਲ ਪਹਿਲਾਂ ਅਮਰੀਕੀ ਹਵਾਈ ਖੇਤਰ ਵਿੱਚ ਵੱਧ ਉਚਾਈ ਤੱਕ ਗੁਬਾਰੇ UFO ਭੇਜੇ ਗਏ। ਇਸ ਮਿਸ਼ਨ ਨੂੰ ਕਲਾਊਡ ਚੇਂਜਰ ਦਾ ਨਾਮ ਦਿੱਤਾ ਗਿਆ। ਸਾਲ 2019 ਵਿੱਚ ਉਹਨਾਂ ਦੱਸਿਆ ਕਿ ਟੀਮ ਨੇ ਕਲਾਊਡ ਚੇਂਜਰ ਨਾਮ ਦੇ ਹਵਾਈ ਉਪਕਰਨ ਨੂੰ ਦੁਨੀਆ ਭਰ ਦਾ ਚੱਕਰ ਲਗਾਉਣ ਲਈ ਭੇਜਿਆ ਸੀ। ਅਮਰੀਕਾ ਵਿੱਚ ਪਿਛਲੇ 4 ਸਾਲਾਂ ਦੌਰਾਨ ਚੀਨ ਦੇ ਹੈਕਰਾਂ ਨੇ 7000 ਤੋਂ ਵੱਧ ਸਾਈਬਰ ਹਮਲੇ ਕੀਤੇ। ਇਸ ਵਿੱਚ ਅਰਬਾਂ ਡਾਲਰ ਲੁੱਟੇ ਗਏ। M15 ਦੇ ਮੁਤਾਬਕ ਚੀਨ ਨੇ ਕੋਰੋਨਾ ਦੌਰ ਦੌਰਾਨ ਆਪਣੀਆਂ ਖੁਫੀਆ ਏਜੰਸੀਆਂ ਨੂੰ ਜ਼ਿਆਦਾ ਸਰਗਰਮ ਕਰ ਦਿੱਤਾ। ਇੱਕ ਰਿਪੋਰਟ ਮੁਤਾਬਕ ਬ੍ਰਿਟੇਨ ਵਿੱਚ ਕੋਰੋਨਾ ਦੌਰ ਦੌਰਾਨ ਚੀਨੀ ਹੈਕਰਾਂ ਨੇ ਵੈਕਸੀਨ ਟੈਕਨੀਕ ਚੋਰੀ ਕਰਨ ਦੀਆਂ 5000 ਤੋਂ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ। FBI ਦੀਆਂ ਰਿਪੋਰਟਾਂ ਦੱਸਦੀਆਂ ਨੇ ਕਿ ਚੀਨ ਸਾਈਬਰ ਹਮਲਿਆਂ ਵਿੱਚ ਆਪਣੀ ਸੈਟੇਲਾਈਟ ਨੈਟਵਰਕ ਦੀ ਵਰਤੋਂ ਕਰਦਾ ਹੈ, ਜਿਸ ਨਾਲ ਅਲੱਗ-ਅਲੱਗ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਿਸ਼ਨ ਤਹਿਤ 25 ਦੇਸ਼ਾਂ ਦਾ ਕੋਰ ਗਰੁੱਪ ਬਣਾਇਆ ਜਾਵੇਗਾ, ਜੋ ਕਿ ਇੱਕ ਦੂਜੇ ਨਾਲ ਜਾਣਕਾਰੀ ਸਾਂਝੀ ਕਰਨਗੇ ਤੇ ਹੁਣ ਇਸ ਸ਼ੱਕੀ ਗੁਬਾਰਿਆਂ ਨੂੰ ਲੈ ਕੇ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਨੇ। ਅਮਰੀਕਾ ਵੱਲੋਂ ਇਸ ਸ਼ੱਕੀ ਗੁਬਾਰੇ ਦਾ ਮਲਬਾ ਵੀ ਇਕੱਠਾ ਕੀਤਾ ਗਿਆ, ਜਿਸ ਤੋਂ ਪਤਾ ਚੱਲਿਆ ਕਿ ਕਿਸ ਤਰ੍ਹਾਂ ਜਾਸੂਸੀ ਕੀਤੀ ਜਾ ਰਹੀ ਸੀ। ਅਸਾਈਲਮ ਸੀਕਰਸ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ, ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲੋਂ ਮੰਗ ਕੀਤੀ ਗਈ ਹੈ। ਕਿਊਬੈਕ ਸੂਬੇ ਦੇ ਨਾਲ ਜੁੜੀ ਹੋਈ ਇਹ ਅਪਡੇਟ ਹੈ, ਜਿੱਥੇ ਦੱਸਿਆ ਗਿਆ ਕਿ ਕਿਊਬੈਕ ਵਿੱਚ ਮੌਜੂਦਾ ਸਮੇਂ ਕਾਫੀ ਅਸਾਈਲਮ ਸੀਕਰਸ ਨੇ, ਜਿਨ੍ਹਾਂ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ। ਅਸਾਈਲਮ ਸੀਕਰਸ ਦਾ ਮੁੱਦਾ ਕੈਨੇਡਾ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕਿਊਬੈਕ ਦੇ ਪ੍ਰੀਮੀਅਰ ਵੱਲੋਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਅਸਾਈਲਮ ਸੀਕਰਸ ਦੇ ਮੁੱਦੇ ਦੇ ਉੱਪਰ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਮੰਗ ਕੀਤੀ ਗਈ ਹੈ
ਕਿਊਬੈਕ ਦੇ ਪ੍ਰੀਮੀਅਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿਹਾ ਹੈ ਕਿ ਇਸ ਸੰਬੰਧੀ ਕਦਮ ਚੁੱਕੇ ਜਾਣ। ਦੱਸ ਦਈਏ ਕਿ ਕਿਊਬੈਕ ਤੋਂ ਹਾਲ ਹੀ ਵਿੱਚ ਇਹ ਪੁਸ਼ਟੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਜਿਹੜੇ ਬਾਰਡਰ ਪਾਰ ਕਰਕੇ ਅਸਾਈਲਮ ਸੀਕਰਸ ਆਏ ਨੇ ਉਹਨਾਂ ਨੂੰ ਅਲੱਗ-ਅਲੱਗ ਪ੍ਰੋਵਿੰਸਸ ਵਿੱਚ ਭੇਜਿਆ ਜਾਵੇਗਾ। ਇਸ ਉੱਪਰ ਕਿਊਬੈਕ ਦੇ ਪ੍ਰੀਮੀਅਰ ਵੱਲੋਂ ਆਪਣਾ ਪੱਖ ਰੱਖਿਆ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੂੰ ਕਦਮ ਚੁੱਕਣ ਦੀ ਜ਼ਰੂਰਤ ਹੈ। ਇਸ ਬਾਰੇ ਗੱਲ ਕਰਦਿਆਂ ਪ੍ਰੀਮੀਅਰ ਨੇ ਦੱਸਿਆ ਕਿ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ, ਉਸ ਤੋਂ ਬਾਅਦ ਹੀ ਕੈਨੇਡਾ ਵਿੱਚ ਬਹੁਤੇ ਲੋਕ ਅਸਾਈਲਮ ਸੀਕ ਕਰ ਰਹੇ ਨੇ। ਅਜਿਹਾ ਸਾਲ 2017 ਦੌਰਾਨ ਸ਼ੁਰੂ ਹੋਣ ਦੀ ਗੱਲ ਉਹਨਾਂ ਵੱਲੋਂ ਕੀਤੀ ਗਈ ਹੈ। ਕਿਊਬੈਕ ਦੇ ਪ੍ਰੀਮੀਅਰ ਕਹਿੰਦੇ ਨੇ ਕਿ ਇਸ ਸੂਬੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਜ਼ਿਆਦਾ ਲੋਕਾਂ ਨੂੰ ਇੱਥੇ ਬੁਲਾਇਆ ਜਾ ਸਕੇ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ 300 ਤੋਂ ਵੱਧ ਅਸਾਈਲਮ ਸੀਕਰਸ ਜੋ ਰੌਕਸਮ ਰੋਡ ਦੇ ਰਾਹੀਂ ਦਾਖਲ ਹੋਏ ਨੇ, ਉਹ ਉਹਨਾਂ ਦੇ ਸੂਬੇ ਵਿੱਚ ਰਹਿਣਗੇ ਤੇ ਉਹਨਾਂ ਨੂੰ ਅਲੱਗ-ਅਲੱਗ ਸੂਬਿਆਂ ਵਿੱਚ ਵੀ ਅੱਗੇ ਭੇਜਿਆ ਜਾਵੇਗਾ। RCMP ਵੱਲੋਂ ਇਸ ਬਾਰੇ ਅੰਕੜਾ ਵੀ ਜਾਰੀ ਕੀਤਾ ਗਿਆ, ਜਿੱਥੇ ਪਤਾ ਚੱਲਿਆ ਕਿ ਸਾਲ 2022 ਦੌਰਾਨ 29,000 ਦੇ ਕਰੀਬ ਲੋਕਾਂ ਵੱਲੋਂ ਬਾਰਡਰ ਪਾਰ ਕੀਤਾ ਗਿਆ ਤੇ 2021 ਦੇ ਵਿੱਚ ਇਹ ਅੰਕੜਾ 4,000 ਤੋਂ ਵੱਧ ਦਾ ਸੀ। ਅਜਿਹੇ ਵਿੱਚ ਹੁਣ ਕਿਊਬੈਕ ਦੇ ਪ੍ਰੀਮੀਅਰ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਇਸ ਸੰਬੰਧੀ ਕਦਮ ਚੁੱਕਣੇ ਚਾਹੀਦੇ ਨੇ। ਖੱਡ ਵਿੱਚ ਬੱਸ ਡਿੱਗ ਗਈ, ਜਿਸ ਕਾਰਨ ਭਿਆਨਕ ਹਾਦਸਾ ਵਾਪਰਿਆ। ਹਾਦਸੇ ਵਿੱਚ 39 ਪ੍ਰਵਾਸੀਆਂ ਦੀ ਜਾਨ ਚਲੀ ਗਈ ਤੇ ਕਈ ਜ਼ਖਮੀ ਹੋਏ ਨੇ। ਫਿਲਹਾਲ ਪੁਲਿਸ ਅਧਿਕਾਰੀ ਇਸ ਦੀ ਜਾਂਚ ਪੜਤਾਲ ਕਰ ਰਹੇ ਨੇ। ਉਹਨਾਂ ਵੱਲੋਂ ਪੀੜਤਾਂ ਬਾਰੇ ਕੋਈ ਬਹੁਤੀ ਡਿਟੇਲ ਅਜੇ ਜਨਤਕ ਨਹੀਂ ਕੀਤੀ ਗਈ। ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਕਈਆਂ ਦੀ ਜਾਨ ਚਲੀ ਗਈ। ਇੱਕ ਬੱਸ ਖੱਡ ਵਿੱਚ ਡਿੱਗ ਗਈ, ਜਿਸ ਤੋਂ ਬਾਅਦ 39 ਪ੍ਰਵਾਸੀਆਂ ਦੀ ਜਾਨ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਮਾਮਲਾ ਪਨਾਮਾ ਨਾਲ ਜੁੜਿਆ ਹੋਇਆ ਹੈ। ਪਨਾਮਾ ਦੇ ਪੱਛਮੀ ਹਿੱਸੇ ਵਿੱਚ ਇੱਕ ਬੱਸ ਖੱਡ ਵਿੱਚ ਡਿੱਗ ਗਈ, ਜਿਸ ਤੋਂ ਬਾਅਦ ਵੱਡੀ ਗਿਣਤੀ ਪ੍ਰਵਾਸੀਆਂ ਦੀ ਜਾਨ ਚਲੀ ਗਈ ਤੇ ਨਾਲ ਹੀ 20 ਜਾਣੇ ਜ਼ਖਮੀ ਵੀ ਦੱਸੇ ਜਾ ਰਹੇ ਨੇ। ਅਧਿਕਾਰੀਆਂ ਵੱਲੋਂ ਇਸ ਬਾਰੇ ਅਪਡੇਟ ਲਗਾਤਾਰ ਜਾਰੀ ਕੀਤੀ ਜਾ ਰਹੀ ਹੈ। ਅਜੇ ਤੱਕ ਉਹਨਾਂ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਬੱਸ ਵਿੱਚ ਸਵਾਰ ਯਾਤਰੀ ਕਿਹੜੇ ਦੇਸ਼ ਦੇ ਨਾਗਰਿਕ ਸਨ, ਪਰ ਉਹਨਾਂ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਬੱਸ ਵਿੱਚ 66 ਪ੍ਰਵਾਸੀ ਸਵਾਰ ਸਨ। ਇਸ ਹਾਦਸੇ ਬਾਰੇ ਪਨਾਮਾ ਦੇ ਕੌਮੀ ਇਮੀਗ੍ਰੇਸ਼ਨ ਸੇਵਾ ਦੇ ਨਿਰਦੇਸ਼ਕ ਵੀ ਬੋਲੇ ਨੇ, ਜਿੱਥੇ ਉਹਨਾਂ ਨੇ ਦੱਸਿਆ ਕਿ ਤੜਕੇ ਇਹ ਹਾਦਸਾ ਵਾਪਰਿਆ, ਜਿੱਥੇ ਬੱਸ ਟਕਰਾਈ ਤੇ ਖੱਡ ਵਿੱਚ ਜਾ ਕੇ ਡਿੱਗ ਗਈ, ਜਿਸ ਤੋਂ ਬਾਅਦ ਵੱਡੀ ਗਿਣਤੀ ਪ੍ਰਵਾਸੀਆਂ ਦੀ ਜਾਨ ਚਲੀ ਗਈ ਤੇ ਕਈ ਜ਼ਖਮੀ ਹੋਏ ਨੇ। ਫਿਲਹਾਲ ਅਜੇ ਇਹਨਾਂ ਪ੍ਰਵਾਸੀਆਂ ਬਾਰੇ, ਪੀੜਤਾਂ ਬਾਰੇ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਉਹਨਾਂ ਬਾਰੇ ਕੁਝ ਹੋਰ ਦੱਸਿਆ ਗਿਆ। ਅਧਿਕਾਰੀ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੇ ਨੇ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਹੁਣ ਤੱਕ ਦੀ ਜਾਣਕਾਰੀ ਦੇ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਮਹਿੰਗਾਈ ਦੇ ਮੁੱਦੇ ਦੇ ਉੱਪਰ ਰਾਸ਼ਟਰਪਤੀ ਬਾਈਡਨ ਬੋਲੇ ਨੇ। ਉਹਨਾਂ ਵੱਲੋਂ ਇਸ ਬਾਰੇ ਆਪਣਾ ਪੱਖ ਰੱਖਿਆ ਗਿਆ। ਰਾਸ਼ਟਰਪਤੀ ਬਾਈਡਨ ਵੱਲੋਂ ਇਸ ਨੂੰ ਲੈ ਕੇ ਹੁਣ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Last week I reported on the State of the Union. It's strong, and that's, as they say up in Scranton, that's no malarkey. It's because the soul of this nation is strong. The backbone of this nation is strong. And the people of this nation are strong, like all of you here today. They never give up. And you heard me say many times, Wall Street didn't build America. No, they didn't. The middle class built America. And unions built the middle class. And one of the reasons I'm standing here as your president is because of the IBW, and that's no malarkey either. For the past 2 years, we've been carrying out my economic plan that grows the economy from the bottom up and the middle out, not the top down. Look, this trickle-down economy, I never watched much of a trickle on my dad's kitchen table. You know, because when the poor have a ladder up, and the middle class does well, the wealthy still do very, very well. It's not a problem. We all do well. My economic plan is what I call a blue-collar blueprint, and that means all of you for how we're going to grow this country. And I mean that sincerely. You all have significant skills. You know, you get up every morning, do your jobs, bust your necks, trying to make an honest living. My dad used to, I'm sorry to keep repeating it, but it's worth saying. My dad used to have an expression, for real. He'd say, Joey, a job is about a lot more than a paycheck. It's about your dignity. It's about respect. It's about being able to look your kid in the eye and say, honey, it's going to be okay, and mean it. And he meant it. Because of you, my economy is working. It's a stark contrast to our Republican friends who are doubling down on the same failed politics of the past. Top-down, trickle-down economics is not much trickle-down, as I said, in most kitchen tables in America.
I'm looking forward to the debate. ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।